ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਪੰਜਾਬ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰ ਲੈਂਦੇ ਹਾਂ, ਜਿਹੜੇ ਲਗਾਤਾਰ ਪੰਜਾਬ ਦੀ ਗੱਲ ਕਰਦੇ ਨੇ, ਪੰਜਾਬੀਅਤ ਦੀ ਗੱਲ ਕਰਦੇ ਨੇ, ਸਿੱਖ ਕੌਮ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ। ਲੇਕਿਨ ਹੁਣ ਇੱਕ ਮਸਲਾ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ, ਖਾਸ ਕਰਕੇ ਉਸ ਸਮਾਂ ਮਸਲਾ ਉੱਠਿਆ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਜਿਹੜਾ ਉਹ ਸਿਮਰਨਜੀਤ ਸਿੰਘ ਮਾਨ ਦੀ ਤਰਫੋਂ ਦਿੱਤਾ ਗਿਆ, ਜਿਸ ਦੇ ਵਿੱਚ ਉਹ ਭਗਤ ਸਿੰਘ ਨੂੰ ਅੱਤਵਾਦੀ ਦੱਸਦੇ ਹੋਏ ਨਜ਼ਰ ਆਏ। ਹਾਲਾਂਕਿ ਨਖੇਦੀ ਹੋਈ, ਨਿੰਦਿਆ ਹੋਈ, ਕੰਪਲੇਂਟ ਵੀ ਉਹਨਾਂ ਦੇ ਖਿਲਾਫ ਪੁਲਿਸ ਸਟੇਸ਼ਨ ਦੇ ਵਿੱਚ ਦਿੱਤੀ ਜਾ ਚੁੱਕੀ ਹੈ, ਜਿਸ ਦੇ ਉੱਪਰ ਪੁਲਿਸ ਜਿਹੜੀ ਹੈ ਉਹ ਵੀ ਕਿਹਾ ਜਾ ਰਿਹਾ ਹੈ ਕਿ ਛੇਤੀ ਐਕਸ਼ਨ ਲੈ ਸਕਦੀ ਹੈ। ਲੇਕਿਨ ਇੱਕ ਹੋਰ ਵੱਡਾ ਮਸਲਾ ਫਰੀਦਕੋਟ ਦਾ ਮਸਲਾ, ਜਿਸ ਦੇ ਵਿੱਚ ਕਿਹਾ ਗਿਆ ਕਿ ਸਿਮਰਨਜੀਤ ਸਿੰਘ ਮਾਨ ਜਦੋਂ ਪੁਲਿਸ ਮਹਿਕਮੇ ਦੇ ਵਿੱਚ ਸੀ, ਫਰੀਦਕੋਟ ਦੇ ਐਸਐਸਪੀ ਸੀ, ਤੇ ਉਹਨਾਂ ਦੀ ਤਰਫੋਂ ਇੱਕ ਐਨਕਾਊਂਟਰ ਕੀਤਾ ਗਿਆ ਸੀ, ਜਿਸ ਨੂੰ ਫੇਕ ਐਨਕਾਊਂਟਰ ਕਿਹਾ ਜਾਂਦਾ ਹੈ, ਜਿਸ ਦੇ ਵਿੱਚ 4 ਨਿਹੰਗ ਸਿੰਘ ਮਾਰੇ ਗਏ ਸੀ। ਇਸ ਪੂਰੇ ਮਸਲੇ ਨੂੰ ਲੈ ਕੇ ਫਾਰਮਰ ਆਈਐਸ ਗੁਰਤੇਜ ਸਿੰਘ ਸਾਡੇ ਨਾਲ ਨੇ। ਗੱਲਬਾਤ ਕਰਨੇ ਆ ਕਿ ਆਖਿਰ ਮਸਲਾ ਕੀ ਸੀ ਔਰ ਜਿਸ ਢੰਗ ਦੀ ਆਈਡੀਓਲੋਜੀ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਅੱਗੇ ਚੱਲ ਰਹੇ ਨੇ, ਉਹ ਇਸ ਆਈਡੀਓਲੋਜੀ ਨੂੰ ਕਿਸ ਲਹਿਜ਼ੇ ਦੇ ਵਿੱਚ ਲੈਂਦੇ ਨੇ। ਸਿੰਘ ਸਾਹਿਬ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਥੈਂਕ ਯੂ ਵੈਰੀ ਮਚ। ਸਿੰਘ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਇਆ ਭਗਤ ਸਿੰਘ ਨੂੰ ਲੈ ਕੇ, ਲੇਕਿਨ ਇਸੀ ਬਿਆਨ ਦੇ ਨਾਲ ਨਾਲ ਜਿਹੜਾ ਫਰੀਦਕੋਟ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ, ਜਿਸ ਦੇ ਵਿੱਚ ਕਿਹਾ ਗਿਆ ਕਿ ਇੱਕ ਫੇਕ ਐਨਕਾਊਂਟਰ ਕੀਤਾ ਗਿਆ ਸੀ, ਜਿਸ ਦੇ ਵਿੱਚ ਨਿਹੰਗ ਸਿੰਘ ਜਿਹੜੇ ਨੇ ਉਹ ਮਾਰੇ ਸੀ, ਔਰ ਉਸ ਸਮਾਂ ਐਸਐਸਪੀ ਫਰੀਦਕੋਟ ਸਿਮਰਨਜੀਤ ਸਿੰਘ ਮਾਨ ਸੀ। ਕੀ ਪੂਰਾ ਮਾਮਲਾ, ਥੋੜੇ ਇਸ ਦੇ ਬਾਰੇ ਦੱਸ ਦਿਓ। ਦੇਖੋ ਜੀ, ਜਿਹੜਾ ਤੁਸੀਂ ਭਗਤ ਸਿੰਘ ਦੇ ਬਾਰੇ ਗੱਲ ਕਹੀ ਹੈ ਉਹ ਤਾਂ ਦਰੁਸਤ ਹੈ। ਮਾਨ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀਗਾ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਇਹ ਭਗਤ ਸਿੰਘ ਦਾ ਇੱਕ ਨੈਵਿਊ ਹੈ, ਇੱਥੇ ਪ੍ਰੋਫੈਸਰ ਰਹੇ ਨੇ ਪਹਿਲਾਂ, ਉਹ ਕਾਫੀ ਸਮਝਣ ਵੀ ਭਗਤ ਸਿੰਘ ਦੇ ਤੇ ਸਾਰੇ ਪਰਿਵਾਰ ਦੀ ਰਾਖੀ ਦਾ ਜੁਮਾ, ਜਿਸ ਤਰ੍ਹਾਂ ਮਾਨ ਸਮਝਦਾ ਵੀ ਮੈਂ ਪੰਥ ਦਾ ਠੇਕੇਦਾਰ ਹਾਂ, ਉਹ ਸਮਝਦੇ ਵੀ ਭਗਤ ਸਿੰਘ ਦਾ ਠੇਕੇਦਾਰ ਮੈਂ ਹਾਂ। ਉਹਨਾਂ ਨੇ ਬਿਆਨ ਦੇਤਾ, ਲਿਖਵਾਤਾ ਇੱਕ ਵਿਸ਼ਵ ਭਾਰਤੀ ਨੂੰ। ਵਿਸ਼ਵ ਭਾਰਤੀ ਨੂੰ ਸ਼ਾਇਦ ਉਹਨਾਂ ਨੇ ਆਪਣੇ ਕੋਲੋਂ ਮੇਰਾ ਇੱਕ ਪੁਰਾਣਾ ਆਰਟੀਕਲ 2011 ਦੇ ਵਿੱਚ ਲਿਖਿਆ ਹੋਇਆ ਉਹਨਾਂ ਨੂੰ ਦੇਤਾ, ਜਾਂ ਵਿਸ਼ਵ ਭਾਰਤੀ ਜੀ ਨੇ ਆਪੇ ਲੱਭ ਲਿਆ ਕਿਤੋਂ, ਤਾਂ ਉਹ ਆਰਟੀਕਲ ਉਹਨਾਂ ਨੇ ਉਹਦੇ ਵਿੱਚ ਕੋਟ ਕਰਤਾ। ਉਸ ਤੋਂ ਬਾਅਦ ਮਾਨ ਸਾਹਿਬ ਆਪਣਾ ਪੁਰਾਣਾ ਬਿਆਨ ਤਾਂ ਭੁੱਲ ਗਏ, ਉਹ ਮੇਰੇ ਬਰਖਲਾਫ ਹੀ ਆਪਣੇ ਉਹ ਜਿਹੜੇ ਉਹਨਾਂ ਦੇ ਹੈਗੇ ਪਾਰਟੀ ਵਾਲੇ ਤੇ ਹੋਰ ਲੋਕ, ਬਈ ਤੁਸੀਂ ਇਸ ਨੂੰ ਗਾਲਾਂ ਕੱਢੋ, ਇਸ ਦੇ ਉਹ ਮੇਰਾ ਹੀ ਇਹ ਲੈ ਕੇ ਤੇ ਇਹ ਚਲਾਈ ਜਾਂਦੇ ਨੇ। ਹੁਣ ਜਿਹੜਾ ਅਸਲ ਮੁੱਦਾ ਸੀਗਾ ਉਹ ਤਾਂ ਇਹ ਸੀ ਵੀ ਭਗਤ ਸਿੰਘ ਨੂੰ ਕਿਵੇਂ ਸਮਝਣਾ ਚਾਹੀਦਾ ਹੈ। ਉਸ ਦੇ ਉੱਤੇ ਬਹਿਸ ਹੋਣ ਲੱਗ ਪਈ ਸੀ, ਔਰ ਉਹ ਬਹਿਸ ਹੋਣ ਦੇਣੀ ਚਾਹੀਦੀ ਸੀ ਤਾਂ ਕਿ ਇੱਕ ਪਾਸੇ ਗੱਲ ਨਿਬੜ ਜਾਵੇ। ਸੰਨ 2000 ਦੇ ਵਿੱਚ ਵੀ ਇਹ ਬਹਿਸ ਚੱਲੀ ਸੀ, ਔਰ ਮੈਂ ਇਸ ਨੂੰ ਸਾਰੇ ਪ੍ਰੋਜ਼ ਐਂਡ ਕੌਨਸ ਲੈ ਕੇ, ਜਿਹੜਾ ਵੀ ਕੋਈ ਹੱਕ ਦੇ ਵਿੱਚ ਸੀ, ਬਰਖਲਾਫ ਸੀ, ਉਹਨਾਂ ਸਾਰਿਆਂ ਦੇ ਵਿਚਾਰ ਲੈ ਕੇ ਤੇ ਇੱਕ ਕਿਤਾਬ ਦੇ ਵਿੱਚ ਛਾਪ ਦਿੱਤੇ ਸਨ, ਜਿਹੜੀ ਕਿ ਹੈ ਭਗਤ ਸਿੰਘ ਤੇ ਸਿੱਖ ਚੇਤਨਾ। ਉਹਦੀ ਦੂਸਰੀ ਐਡੀਸ਼ਨ ਵੀ ਹੁਣ ਆ ਚੁੱਕੀ ਹੈ, ਹੁਣੇ 2020 ਦੇ ਵਿੱਚ 21 ਦੇ ਵਿੱਚ ਆਈ। ਤਾਂ ਉਸ ਦੇ ਵਿੱਚ ਸਾਰਾ ਇਹ ਸਮਾਂ ਹੋਇਆ ਸੀਗਾ। ਤਾਂ ਲੋੜ ਸੀ ਕਿ ਅੱਜ ਕੱਲ੍ਹ ਆਪਣੇ ਲੋਕ ਪੜ੍ਹਦੇ ਨਹੀਂ ਹਨ, ਜੇ ਉਹ ਇਸ ਤਰ੍ਹਾਂ ਦੀ ਸਟੱਡੀ ਕਰਨ ਤਾਂ ਉਹਨਾਂ ਨੂੰ ਪਤਾ ਲੱਗ ਜਾਏ ਕਿ ਅਸਲ ਗੱਲ ਕੀ ਹੈ, ਪ੍ਰੋਜ਼ ਐਂਡ ਕੌਨਸ। ਹੁਣ ਦੇਖੋ, ਜੇ ਕਿਸੇ ਨੇ ਕੜਛੀ ਨੂੰ ਗੱਡਾ ਕਹਿਣਾ ਤਾਂ ਹੁਣ ਕੋਈ ਕੀ ਕਹਿ ਸਕਦਾ, ਉਹਦੀ ਮਰਜ਼ੀ ਹੈ। ਲੇਕਿਨ ਸੱਚ, ਨਿਆਂ, ਅਸੂਲ ਦੇ ਅਨੁਸਾਰ ਕੀ ਗੱਲ ਬਣਦੀ ਹੈ, ਉਹ ਸਮਝਣ ਵਾਸਤੇ ਥੋੜ੍ਹਾ ਜਿਹਾ ਪੜ੍ਹਨਾ ਪੈਂਦਾ, ਤੇ ਉਹ ਪੜ੍ਹ ਸਕਦੇ ਤੇ ਇਹ ਨਿਤਾਰ ਲੈਂਦੇ। ਲੇਕਿਨ ਮਾਨ ਨੇ ਇਸ ਦੇ ਵਿੱਚੋਂ ਇੱਕ ਹੋਰ ਹੀ ਗੱਲ ਕੱਢ ਲਈ। ਉਹ ਮੇਰਾ 11 ਸਾਲ ਪਹਿਲਾਂ ਲਿਖਿਆ ਹੋਇਆ ਆਰਟੀਕਲ ਲੈ ਕੇ ਉਹ ਕਹਿਣ ਲੱਗ ਪਏ ਕਿ ਜੀ ਇਹ ਗੁਰਤੇਜ ਸਿੰਘ ਤਾਂ ਮੇਰੇ ਤੋਂ ਬਹੁਤ ਜੈਲਸੀ ਕਰਦਾ ਹੈ, ਇਸ ਨੇ ਤਾਂ ਜੀ ਮੈਂ ਉਹ ਬਣਿਆ ਤੇ ਇਸ ਨੇ ਬਿਆਨ ਦਿੱਤਾ ਕਿ ਜੀ ਇਹਨੇ ਨਿਹੰਗ ਮਾਰੇ ਸੀਗੇ, ਇਹ ਪੁਰਾਣਾ 44 ਸਾਲ ਪੁਰਾਣਾ ਕੇਸ ਲੈ ਕੇ ਬੈਠ ਗਿਆ। ਹੁਣ ਮੈਂ ਉਹਦੇ ਵਿੱਚ ਕੋਈ ਕਸੂਰ ਨਹੀਂ ਹੈ, ਲੇਕਿਨ ਜੇ ਮਤਲਬ ਕੋਈ ਸਮਝ ਆਵੇ ਕਿਸੇ ਨੂੰ ਤਾਂ ਕੋਈ, ਉਸ ਦਿਨ ਦਾ ਮੈਂ ਕਹੀ ਜਾਂਦਾ ਵੀ ਭਾਈ ਉਹ 11 ਸਾਲ ਪੁਰਾਣਾ ਆਰਟੀਕਲ ਸੀ। ਖੈਰ, ਉਹਦੇ ਵਿੱਚ ਗੱਲ ਇਹ ਸੀਗੀ, ਜਿਹੜੀ ਤੁਸੀਂ ਸਰਾਏ ਨਾਗਾ ਦੀ ਗੱਲ ਕਰ ਰਹੇ ਹੋ, ਸਰਾਏ ਨਾਗਾ ਦੇ ਵਿੱਚ ਇੱਕ ਨਿਹੰਗ ਸਿੰਘ ਦਾ ਜਥਾ, 5-7 ਆਦਮੀ ਸਨ, ਇਹ ਗੱਡੇ ਦੇ ਉੱਤੇ ਬੈਠ ਕੇ ਜਾ ਰਹੇ ਸੀਗੇ। ਇਹ ਗੱਡੇ ਨੂੰ ਜਹਾਜ਼ ਕਹਿੰਦੇ ਨੇ, ਵੈਸੇ ਜਹਾਜ਼ ਦੇ ਉੱਤੇ ਬੈਠ ਕੇ ਜਾ ਰਹੇ ਸੀਗੇ ਵਿਸਾਖੀ ਮਨਾਉਣ ਵਾਸਤੇ ਦਮਦਮਾ ਸਾਹਿਬ।
ਰਾਹ ਦੇ ਵਿੱਚ ਇਹਨਾਂ ਨੇ ਥੋੜ੍ਹਾ ਜਿਹਾ ਪੜਾਅ ਕੀਤਾ। ਇਹ ਸਾਰੇ ਨਿਹੰਗ ਸਿੰਘ ਉੱਥੋਂ ਦੇ ਨੇੜੇ ਨੇੜੇ ਦੇ ਪਿੰਡਾਂ ਦੇ ਸਨ। ਇੱਕ ਸੱਕਾਂ ਵਾਲੀ ਪਿੰਡ ਹੈ, ਇੱਕ ਖਾਰਾ ਪਿੰਡ ਹੈ ਤੇ ਇੱਕ ਵੜਾ ਦਰਾਕਾ। ਇਹ ਤਿੰਨਾਂ ਪਿੰਡਾਂ ਦੇ ਸਨ ਇਹ, ਜਿਸ ਤੱਕ ਮੈਨੂੰ ਯਾਦ ਹੈ। ਤਾਂ ਇਹ ਲੋਕ ਉੱਥੋਂ ਚੱਲੇ ਸਰਾਏ ਨਾਗਾ ਆ ਕੇ ਇਹਨਾਂ ਨੇ ਪੜਾਅ ਕੀਤਾ ਤੇ ਉੱਥੇ ਇਹਨਾਂ ਦੇ ਕੋਲੇ ਬਾਂਦਰੀ ਇੱਕ ਗੱਡੇ ਦੇ ਵੰਝ ਨਾਲ, ਤੁਸੀਂ ਪਤਾ ਨਹੀਂ ਵੰਝ ਸਮਝੋ ਕਿ ਨਹੀਂ, ਉਹ ਬਾਂਸ ਹੁੰਦਾ ਇੱਕ ਗੱਡੇ ਦੇ ਉੱਤੇ ਲੱਗਿਆ ਹੋਇਆ, ਉਸ ਦੇ ਨਾਲ ਬਾਂਦਰੀ ਬੰਨੀ ਹੋਈ ਸੀ। ਉਸ ਬਾਂਦਰੀ ਨੂੰ ਮੰਤ ਦੇ ਕੁੱਤੇ ਨੇ ਕੱਟ ਲਿਆ। ਛੋਟੀ ਜਿਹੀ ਗੱਲ ਸੀ ਔਰ ਆਰਾਮ ਨਾਲ ਨਿਬੇੜੀ ਜਾ ਸਕਦੀ ਸੀ। ਕੰਵਰਜੀਤ ਸਿੰਘ ਨੇ ਟੈਲੀਫੋਨ ਕਰਤਾ ਐਸਐਸਪੀ ਨੂੰ, ਐਸਐਸਪੀ ਸਿਮਰਨਜੀਤ ਸਿੰਘ ਮਾਨ ਸੀ, ਕਿ ਜੀ ਇੱਥੇ ਤਾਂ ਨਿਹੰਗ ਆ ਗਏ, ਤਾਂ ਬੜਾ ਇੱਥੇ ਜ਼ੁਲਮ ਤਸ਼ੱਦਦ ਕਰ ਰਹੇ ਆ। ਉਹ ਲੜਾਈ ਸਿਰਫ ਇੰਨੀ ਸੀ ਮੰਤ ਨਾਲ ਵੀ। ਮੰਤ ਨੂੰ ਕਹਿਣ ਲੱਗੇ ਤੂੰ ਕੁੱਤਾ ਰੱਖਿਆ ਹੋਇਆ ਇੱਥੇ ਗੁਰਦੁਆਰੇ 'ਚ, ਉਹ ਕਹਿਣ ਲੱਗਿਆ ਤੁਸੀਂ ਬਾਂਦਰੀ ਲੈ ਕੇ ਕਿਉਂ ਆਏ ਹੋ ਇੱਥੇ। ਬਸ ਇੰਨੀ ਗੱਲ ਦੇ ਉੱਤੇ ਝਗੜਾ ਸੀਗਾ ਥੋੜ੍ਹਾ ਜਿਹਾ। ਇਹਨੇ ਮਾਨ ਨੇ 3-4 ਬੰਦੇ ਭੇਜਤੇ। ਹੁਣ ਮੀਨਵਾਈਲ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਸ਼ਾਮ ਨੂੰ ਮਹੰਤ ਨੇ ਰੋਟੀ ਨਹੀਂ ਦੇਣੀ। ਉਹਨਾਂ ਨੇ 2-3 ਬੰਦੇ ਭੇਜਤੇ ਵੀ ਜਾਓ ਰਾਸ਼ਨ ਲੈ ਆਓ, ਤੇ ਉਹ ਜਿਸ ਵੇਲੇ ਤੱਕ ਲੈ ਕੇ ਬੰਦੇ 3 ਵਾਪਸ ਆਏ, ਇਹ ਮਾਨ ਦੀ ਫੋਰਸ ਆ ਗਈ। ਉਹਨਾਂ ਨੂੰ ਸਾਹਮਣੇ ਦੇਖ ਲਿਆ। ਉਹਨੂੰ ਕਹਿੰਦੇ ਵੀ ਚਲੋ ਤੁਹਾਨੂੰ ਅਸੀਂ ਅਰੈਸਟ ਕਰਕੇ ਲੈ ਜਾਣਾ। ਉਹ ਕਹਿੰਦੇ ਬਈ ਅਸੀਂ ਤਾਂ, ਸਾਡਾ ਕੀ ਕਸੂਰ ਹੈ, ਕਾਹਦੇ ਵਾਸਤੇ ਅਰੈਸਟ ਕਰਕੇ ਲੈ ਜਾਣਾ। ਇਹ ਪੁਲਿਸ ਵਾਲੇ ਉਹਨਾਂ ਦੇ ਮਗਰ ਭੱਜੇ ਜਾਂ ਉਹਨੂੰ ਫੜਨ ਲੱਗੇ। ਉਹ ਭੱਜ ਕੇ ਤੇ ਨਾਲ ਹੀ ਪਿੰਡ ਦੇ ਖੇਤ ਸੀਗੇ, ਖੇਤਾਂ ਦੇ ਵਿੱਚ ਵੜ ਗਏ। ਇਹਨਾਂ ਨੇ, ਪੁਲਿਸ ਵਾਲੇ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਉਹਨਾਂ ਨੇ ਕਿਹਾ ਕਿ ਭਾਈ ਸਾਡੇ ਕੋਲ ਵੀ ਅਸਲਾ ਹੈਗਾ, ਅਸੀਂ ਗੋਲੀ ਚਲਾਵਾਂਗੇ, ਨੁਕਸਾਨ ਹੋਊਗਾ, ਤੁਸੀਂ ਸਾਡੀ ਗੱਲ ਤਾਂ ਸੁਣ ਲਓ, ਅਸੀਂ ਕੋਈ ਕਸੂਰ ਨਹੀਂ ਸਾਡਾ। ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਪਿੱਛੋਂ ਲੜਾਈ ਹੋਈ ਆ ਜਾਂ ਕੋਈ ਉਹਨਾਂ ਦੇ ਇਹ ਸਾਰਾ ਕੁਛ ਹੋਇਆ। ਤਾਂ ਉਹ ਜਦੋਂ ਇਹ ਦੇਖਿਆ ਵੀ ਪੁਲਿਸ ਵਾਲੇ ਐਡਵਾਂਸ ਕਰਦੇ, ਨਹੀਂ ਤਾਂ ਅਸੀਂ ਤੁਹਾਨੂੰ ਫੜ ਕੇ ਲੈ ਜਾਣਾ, ਇਸ ਤੁਹਾਨੂੰ ਕੈਪਚਰ ਕਰਨਾ, ਤਾਂ ਉਹਨਾਂ ਨੇ ਗੋਲੀਆਂ ਚਲਾਤੀਆਂ। 2 ਪੁਲਿਸ ਵਾਲੇ ਜਾਂ ਸ਼ਾਇਦ 3 ਮਰ ਗਏ। ਇਹ ਸੀ ਇੰਸੀਡੈਂਟ। ਦੂਸਰੇ ਦਿਨ ਇਹ ਸਿਮਰਨਜੀਤ ਸਿੰਘ ਮਾਨ ਤੇ ਫਿਰ ਨਾਲ ਦੇ ਜ਼ਿਲ੍ਹੇ ਦੀ ਪੁਲਿਸ ਲੈ ਕੇ ਤੇ ਇਹ ਉੱਥੇ ਪਹੁੰਚ ਗਿਆ। ਉਹ ਨਿਹੰਗ ਸਿੰਘਾਂ ਨੇ ਇੱਥੇ ਪਿੰਡ ਦੇ ਵਿੱਚ 2 ਗੁਰਦੁਆਰੇ ਨੇ। ਇੱਕ ਤਾਂ ਜਿਹੜਾ ਮਹੰਤ ਜਿੱਥੇ ਇਹਨਾਂ ਦਾ ਝਗੜਾ ਹੋਇਆ ਸੀ, ਨਾਲ ਹੀ ਦੂਸਰੇ ਪਾਤਸ਼ਾਹ ਦਾ ਜਨਮ ਸਥਾਨ ਹੈ, ਬਹੁਤ ਸੇਕਰੇਟ ਜਗ੍ਹਾ, ਨਨਕਾਣਾ ਸਾਹਿਬ ਦੇ ਵਾਂਗ ਅਸੀਂ ਸਮਝਦੇ ਹਾਂ ਉਸ ਨੂੰ। ਉਹ ਉੱਥੇ ਨਾਲ ਹੀ ਹੈਗਾ ਪਿੰਡ ਦੇ ਫਿਰਨੀ ਦੇ, ਹਰੀਨਾਉ ਨੂੰ ਸੜਕ ਜਾਂਦੀ ਹੈ, ਉਸ ਸੜਕ ਦੇ ਉੱਤੇ ਉਹ ਹੈ ਗੁਰਦੁਆਰਾ। ਉਹ ਉਸ ਵੇਲੇ ਅਜੇ ਤਾਈਂ ਪੂਰਾ ਬਣਿਆ ਨਹੀਂ ਸੀ। ਜਿਸ ਵੇਲੇ ਮੈਂ ਦੇਖਿਆ ਉਹ ਗੁੰਬਜ ਬਣਿਆ ਹੋਇਆ ਸੀਗਾ, ਉਹਦੇ ਉੱਤੇ ਪਲਸਤਰ ਵਗੈਰਾ ਨਹੀਂ ਸੀ ਹੋਇਆ, ਇੱਟਾਂ ਲੱਗੀਆਂ ਹੋਈਆਂ ਸੀਗੀਆਂ। ਉਹ ਨਿਹੰਗ ਸਿੰਘਾਂ ਨੇ ਸੋਚਿਆ ਵੀ ਸਾਰੀ ਜਗ੍ਹਾ ਕਿਤੇ ਵੀ ਕੋਈ ਸੇਫ ਨਹੀਂ, ਇੱਥੇ ਤਾਂ ਸਾਰੇ ਆ ਜਾਣਗੇ। ਉਹ ਗੁੰਬਜ ਦੇ ਵਿੱਚ ਚੜ੍ਹ ਕੇ ਬੈਠ ਗਏ। ਮਾਨ ਆ ਗਿਆ ਆਪਣੀ ਪੁਲਿਸ ਲੈ ਕੇ, ਤੇ ਇਹ ਲਾਊਡ ਸਪੀਕਰ ਦੇ ਉੱਤੇ ਅਨਾਊਂਸ ਕਰਤਾ ਵੀ ਸਰੈਂਡਰ ਕਰੋ, ਨਹੀਂ ਤਾਂ ਅਸੀਂ ਗੋਲੀਆਂ ਨਾਲ ਭੁੰਨ ਦਿਆਂਗੇ। ਇਹਨਾਂ ਨੇ ਗੋਲੀਆਂ ਮਾਰੀਆਂ, ਗੁਰਦੁਆਰੇ ਦੇ ਗੁੰਬਜ 'ਤੇ ਵੀ ਗੋਲੀਆਂ ਲੱਗੀਆਂ, ਗੁਰਦੁਆਰੇ 'ਤੇ ਗੋਲੀਆਂ ਲੱਗੀਆਂ, ਤੇ ਅਸੀਂ ਬੰਬ ਸੁੱਟ ਦਿਆਂਗੇ, ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਉਹਨਾਂ ਨੇ ਨਾ ਸਰੈਂਡਰ ਕੀਤਾ। ਤਾਂ ਇਹ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਉਹਨਾਂ ਦੀਆਂ ਘਰਵਾਲੀਆਂ ਨੂੰ ਤੇ ਬੱਚਿਆਂ ਨੂੰ ਲੈ ਆਏ, ਔਰ ਇਹਨਾਂ ਨੇ ਥ੍ਰੈਟ ਕੀਤਾ ਕਿ ਦੇਖੋ ਉਹ ਪੁਲਿਸ ਵਾਲੇ ਜਿਸ ਤਰ੍ਹਾਂ ਕਰਦੇ ਹੁੰਦੇ ਆ ਕਿ ਇਹ ਇਸ ਤਰ੍ਹਾਂ ਕਰਾਂਗੇ ਇਹਨਾਂ ਦੇ ਨਾਲ, ਨਹੀਂ ਤਾਂ ਸਰੈਂਡਰ ਕਰੋ। ਪਿੰਡ ਵਾਲਿਆਂ ਨੇ ਵਿਚਾਰੇ ਉਹ ਸੋਚਿਆ ਵੀ ਕੋਈ ਬੰਦੇ ਉਹਨਾਂ ਨੂੰ ਜਾਣਦੇ, ਸਾਰੇ ਜਾਣਦੇ ਸੀਗੇ ਇੱਕ ਦੂਸਰੇ ਨੂੰ, ਕਿਉਂਕਿ ਨੇੜੇ ਦੇ ਪਿੰਡ ਦੇ ਸੀਗੇ। ਉਹਨਾਂ ਨੇ ਕਿਹਾ ਵੀ ਅਸੀਂ ਸਰੈਂਡਰ ਕਰਵਾ ਦਿੰਦੇ ਹਾਂ ਅਤੇ ਤੁਸੀਂ ਆਪਦਾ ਕਾਨੂੰਨੀ ਕਾਰਵਾਈ ਕਰ ਲਿਓ। ਇਹ ਕਹਿੰਦੇ ਜੀ ਹਾਂ ਕਾਨੂੰਨੀ ਕਾਰਵਾਈ ਕਰਾਂਗੇ। ਡਿਸਟ੍ਰਿਕਟ ਮੈਜਿਸਟਰੇਟ ਨਾਲ ਸੀ ਗੁਰਬਖਸ਼ ਸਿੰਘ ਗੋਸਲ, ਜਿਸ ਨੇ ਮੈਨੂੰ ਇੱਕ ਕਹਾਣੀ ਬਾਅਦ ਦੇ ਵਿੱਚ ਦੱਸੀ। ਤਾਂ ਉਹਨਾਂ ਨੇ ਉੱਥੇ ਜਿਹੜੇ ਇਹ ਪਿੰਡ ਵਾਲਿਆਂ ਨੇ ਜਾ ਕੇ, ਤੇ ਉਹ ਕੁਛ ਲੋਕਾਂ ਨੇ ਵਿੱਚੋਂ, ਮੈਨੂੰ ਨਾਂ ਵੀ ਯਾਦ ਸੀ ਉਹਨਾਂ ਦਾ 1-2 ਦੇ, ਪਰ ਲੇਕਿਨ ਹੁਣ ਇਸ ਵੇਲੇ ਤਾਂ ਉਹਨਾਂ ਲੋਕਾਂ ਨੇ ਜਾ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਰੈਂਡਰ ਕਰ ਦਿਓ, ਕਾਨੂੰਨੀ ਕਾਰਵਾਈ ਹੋਏਗੀ, ਕੋਈ ਫਿਕਰ ਨਾ ਕਰੋ। ਉਹਨਾਂ ਨੇ ਸਰੈਂਡਰ ਕਰਤਾ। ਇਹਨਾਂ ਨੇ ਸਰੈਂਡਰ ਕਰਦਿਆਂ ਸਾਰ ਉਹਨਾਂ ਦੀਆਂ ਮੁਸ਼ਕਾਂ ਮੰਨ ਲਈਆਂ, ਔਰ ਉਹਨਾਂ ਨੂੰ ਗੁਰਦੁਆਰੇ ਦੇ ਪਿੱਛੇ ਲੈ ਗਏ, ਜਿੱਥੇ ਜਾ ਕੇ ਮੈਜਿਸਟਰੇਟ ਵੀ ਨਾਲ ਸੀ ਤੇ ਇਹ ਸਿਮਰਨਜੀਤ ਮਾਨ ਵੀ ਨਾਲ ਸੀ। ਜਾ ਕੇ ਉਹਨਾਂ ਦੇ 2 ਨਿਹੰਗਾਂ ਦੇ ਆਪਣੀ ਸਰਵਿਸ ਰਿਵਾਲਵਰ ਨਾਲ ਇਸਨੇ ਗੋਲੀਆਂ ਮਾਰੀਆਂ। ਉਸ ਤੋਂ ਬਾਅਦ ਗੁਰਬਖਸ਼ ਸਿੰਘ ਗੋਸਲ ਕਹਿੰਦਾ ਹੈ ਕਿ ਮੈਂ ਉਹਦਾ ਹੱਥ ਫੜ ਲਿਆ ਕਿ ਬਈ ਇਹ ਹੁਣ ਇਸ ਤੋਂ ਬਾਅਦ ਜੇ ਤੂੰ ਕਰੇਂਗਾ ਤਾਂ ਮੈਂ ਰਿਪੋਰਟ ਕਰਾਂਗਾ। ਤਾਂ ਇਹਨੇ ਆਪਣਾ ਰਿਵਾਲਵਰ ਵਾਪਸ ਪਾ ਲਿਆ, ਤੇ ਕਿਸੇ ਹੋਰ ਪੁਲਿਸ ਵਾਲੇ ਨੇ ਦੂਸਰੇ 2 ਬੰਦੇ ਮਾਰਤੇ। ਹੁਣ ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਸੀਗੇ, ਉਹਨਾਂ ਨੂੰ ਅਰੈਸਟ ਕੀਤੇ ਹੋਏ ਸੀ, ਉਹਨਾਂ ਨੂੰ ਮਾਰਨ ਦੀ ਕਿਹੜੀ ਲੋੜ ਸੀ।
ਜੋ ਕਾਨੂੰਨ ਸੀ, ਕਾਨੂੰਨ ਦੇ ਅਨੁਸਾਰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਉਹਨੂੰ ਕਰਵਾ ਦੇਣੀ ਸੀ ਜੇ ਉਹਨਾਂ ਦਾ ਕਸੂਰ ਸੀ। ਪਤਾ ਨਹੀਂ ਉਹ ਮਰਡਰ ਦੇ ਵਿੱਚ ਸ਼ਾਮਲ ਵੀ ਸਨ ਪੁਲਿਸ ਵਾਲਿਆਂ ਦੇ ਕਿ ਨਹੀਂ ਸਨ, ਉਹੀ ਬੰਦੇ ਸਨ ਕਿ ਦੂਸਰੇ ਸਨ। ਸੋ ਇਹ ਇਨਸੀਡੈਂਟ ਹੋ ਗਿਆ। ਹੁਣ ਉਹ ਮੈਨੂੰ ਮੇਰੇ ਮਨ ਦੇ ਵਿੱਚ ਬੜਾ ਸੀ ਵੀ ਇਹ ਗੱਲ ਸੀ, ਇੱਕ ਬਾਂਦਰੀ ਤੇ ਕੁੱਤੇ ਦੀ ਲੜਾਈ ਸੀ। ਇਸ ਨੂੰ ਜੇ ਕੋਈ ਸਿਆਣਾ ਬੰਦਾ ਹੁੰਦਾ, ਪਿੰਡ ਦਾ ਸਰਪੰਚ ਨੂੰ ਕਹਿ ਦਿੰਦੇ ਤਾਂ ਉਹ ਰਿਜ਼ੋਲਵ ਕਰ ਦਿੰਦਾ। ਇਹਨਾਂ ਨੇ ਇਸ ਦੇ ਵਿੱਚ ਇਸ਼ੂ ਬਣਾ ਕੇ ਇੱਕ ਦੂਸਰੇ ਤੇ ਕਿੱਥੋਂ ਤੱਕ ਗੱਲ ਲੈ ਗਏ। ਗੁਰਦੁਆਰੇ ਦੇ ਉੱਤੇ ਮੈਂ ਨਿਸ਼ਾਨ ਉੱਥੇ ਦੇਖ ਕੇ ਆਇਆ, ਕਿਉਂਕਿ ਉਹ ਗੁਰਦੁਆਰਾ ਮੇਰੇ ਰਾਹ ਦੇ ਉੱਤੇ ਸੀ। ਉੱਥੋਂ ਮੁਕਤਸਰ ਤੋਂ ਫਰੀਦਕੋਟ ਨੂੰ ਜਾਈਏ ਤਾਂ ਬਿਲਕੁਲ ਨਾਲ ਹੀ ਪਿੰਡ ਹੈ, ਅੱਡਾ ਵੀ ਹੈ, ਬੱਸ ਅੱਡਾ ਵੀ ਹੈ ਉੱਥੇ ਤੇ ਉਹ ਪਿੰਡ ਦੇ ਵਿੱਚ। ਤਾਂ ਮੈਂ ਉਹ ਦੇਖ ਕੇ ਆਇਆ। ਫਿਰ ਮੈਨੂੰ ਬੜਾ ਥੋੜ੍ਹਾ ਜਿਹਾ ਅਫਸੋਸ ਜਿਹਾ ਹੋਇਆ ਵੀ ਦੇਖੋ ਐਵੇਂ ਇੰਨੀਆਂ ਜਾਨਾਂ ਗਈਆਂ ਤੇ ਗੱਲ ਛੋਟੀ ਜਿਹੀ ਸੀ। ਤੇ ਥੋੜ੍ਹੀ ਦੇਰ ਬਾਅਦ, ਸਾਲ ਕੁ ਬਾਅਦ ਮੈਨੂੰ ਮਾਨ ਸੈਕਟਰੀਏਟ 'ਚ ਮਿਲਿਆ। ਇਹ ਕੋਈ ਮੀਟਿੰਗ ਦੇ ਉੱਤੇ ਆਇਆ ਸੀ, ਦਾਨੇਵਾਲੀ ਆਈ ਜੀ ਹੁੰਦੇ ਸਨ, ਉਹਨਾਂ ਨੇ ਮੀਟਿੰਗ ਬੁਲਾਈ ਸੀ, ਉਸ ਦੇ ਉੱਤੇ ਆਇਆ ਸੀ। ਤੇ ਮੈਂ ਕਿਹਾ ਵੀ ਇਹਨੂੰ ਪੁੱਛਿਆ, ਮੈਂ ਕਿਹਾ ਜੀ ਦੇਖੋ ਤੁਸੀਂ ਬੜੇ ਵੱਡੇ ਸਿੱਖ ਆਪਣੇ ਆਪ ਨੂੰ ਸਮਝਦੇ ਹੋ, ਤੇ ਉੱਥੇ ਗੁਰਦੁਆਰੇ ਦੇ ਉੱਤੇ ਦੂਸਰੇ ਪਾਤਸ਼ਾਹ ਦਾ ਜਨਮ ਸਥਾਨ ਹੈ, ਕਿੰਨਾ ਮੁਤਬਰਕ ਜਗ੍ਹਾ ਹੈ ਸਾਡੀ, ਤੇ ਤੁਸੀਂ ਉੱਥੇ ਗੋਲੀਆਂ ਚਲਾਈਆਂ, ਗੋਲੀਆਂ ਦੇ ਨਿਸ਼ਾਨ ਮੈਂ ਆਪ ਦੇਖ ਕੇ ਆਇਆ। ਫਿਰ ਮੈਂ ਕਿਹਾ ਜਿਹੜੇ ਬੰਦੇ ਫੜੇ ਗਏ ਸੀਗੇ ਤੁਸੀਂ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ। ਕਹਿੰਦਾ ਜੀ ਮੈਂ ਫੌਜਾਂ ਦਾ ਜਰਨੈਲ ਸੀ, ਮੇਰੇ ਸਿਪਾਹੀ ਮੇਰੇ ਸਾਹਮਣੇ ਮਰੇ ਪਏ ਸੀਗੇ, ਸ਼ਹੀਦ ਹੋਏ ਪਏ ਸੀਗੇ, ਤੇ ਮੈਂ ਆਪਦਾ ਮੇਰੀਆਂ ਅੱਖਾਂ ਦੇ ਵਿੱਚ ਖੂਨ ਉਤਰਿਆ। ਮੈਂ ਕਿਹਾ ਜੀ ਇਹ ਗੱਲ ਕੀ ਹੋਈ? ਬਈ ਜੇ ਕਿਤੇ ਲਿਖਿਆ ਕੌਨਸਟੀਟਿਊਸ਼ਨ ਦੇ ਵਿੱਚ ਜੇ ਜਰਨੈਲ ਦੀਆਂ ਅੱਖਾਂ ਦੇ ਵਿੱਚ ਖੂਨ ਉਤਰਿਆ ਹੋਵੇ ਤਾਂ ਜਿਹਨੂੰ ਮਰਜ਼ੀ ਮਾਰ ਦੇਵੇ। ਤੁਸੀਂ ਕੌਨਸਟੀਟਿਊਸ਼ਨ ਦੀ ਓਥ ਲਈ ਆ, ਉਹਦੇ ਵਿੱਚ ਕਾਨੂੰਨ ਦੇ ਅਨੁਸਾਰ ਤੁਸੀਂ ਕਾਰਵਾਈ ਕਰੋ, ਕਰਨੀ ਚਾਹੀਦੀ ਸੀ। ਤੇ ਬਾਕੀ ਮੈਂ ਕਿਹਾ ਤੁਸੀਂ ਕਿੱਥੋਂ ਦੇ ਜਰਨੈਲ ਸੀਗੇ? ਤੁਸੀਂ ਤਾਂ ਇੱਕ ਛੋਟੇ ਜਿਹੇ ਜ਼ਿਲ੍ਹੇ ਦੇ SSP ਸੀਗੇ, ਤੇ ਇਹ ਕੀ ਕਾਰਵਾਈ ਕੀਤੀ? ਖੈਰ ਚੱਲ ਇੰਨੀ ਕੁ ਗੱਲ ਮੇਰੀ ਇਹਦੇ ਨਾਲ ਹੋਈ। ਉਹ ਮੈਂ ਕਈ ਸਾਲਾਂ ਬਾਅਦ 2011 ਦੇ ਵਿੱਚ ਲਿਖ ਕੇ, ਤੇ ਮੈਂ ਸੋਚਿਆ ਵੀ ਇਹ ਕਿਉਂਕਿ ਮੈਂ ਹਿਊਮਨ ਰਾਈਟਸ ਦਾ ਕੰਮ ਕਰਦਾ ਤੇ ਮੈਂ ਇਹੋ ਜਿਹੇ ਕੇਸਿਸ ਰਿਕਾਰਡ ਕਰਨ ਦਾ ਮੇਰਾ ਫਰਜ਼ ਹੈ, ਤੇ ਮੈਂ ਉਹ ਰਿਕਾਰਡ ਕਰਤਾ ਤੇ ਲਿਖਤਾ ਉਹਦੇ ਬਾਰੇ। ਮੈਂ ਫਿਰ ਇਸ ਨੂੰ ਈਮੇਲ ਦੇ ਉੱਤੇ ਭੇਜਿਆ ਕਿ ਵੀ ਇਹਦੇ ਵਿੱਚ ਜੇ ਕੋਈ ਗਲਤੀ ਹੈਗੀ ਤਾਂ ਮੈਨੂੰ ਦੱਸ ਦੇ, ਆਈ ਵੁੱਡ ਲਾਈਕ ਟੂ ਕਰੈਕਟ ਇਟ। ਮੈਂ ਤੈਨੂੰ ਗਲਤ ਕੋਟ ਕੀਤਾ ਹੋਵੇ ਜਾਂ ਕੁਛ ਵੀ ਕੋਈ ਗਲਤੀ ਹੋਵੇ, ਪਲੀਜ਼ ਲੈਟ ਮੀ ਨੋ। ਇਸ ਨੇ ਜੀ ਮੈਨੂੰ ਉਹ ਬੁਰਾ ਭਲਾ ਕਿਹਾ ਈਮੇਲ ਦੇ ਉੱਤੇ ਤੇ ਮੈਨੂੰ ਬਲੌਕ ਕਰਤਾ। ਉਹ ਆਰਟੀਕਲ ਮੈਂ ਆਪਣੇ ਬਲੌਗ ਦੇ ਉੱਤੇ ਪਾਤਾ ਸ਼ਾਇਦ, ਤੇ ਉਹ ਬਲੌਗ ਦੇ ਉੱਤੋਂ ਕਿਸੇ ਨੇ ਟਰੈਵਲ ਕਰ ਗਿਆ ਕਿਤੇ ਹੋਰ ਕਿਤੋਂ, ਤੇ ਇਹ ਆਪਣੇ ਭਾਰਤੀ ਸਾਹਿਬ ਨੂੰ ਪਤਾ ਨਹੀਂ ਕਿੱਥੋਂ ਲੱਭਾ ਤੇ ਇਹਨਾਂ ਨੇ ਇਹ ਉਸ ਸਮਾਂ ਜਦੋਂ ਸਾਰਾ ਇਨਸੀਡੈਂਸ ਹੋਇਆ, ਕਿਆ ਬਾਅਦ ਚ ਇਨਵੈਸਟੀਗੇਸ਼ਨ ਨਹੀਂ ਹੋਈ ਕਿ ਆਖਿਰ ਅਸਲ ਤੱਥ ਕੀ ਸੀ? ਔਰ ਜਿਸ ਢੰਗ ਨਾਲ ਹੁਣ ਮਾਨ ਸਾਹਿਬ ਕਹਿੰਦੇ ਨਜ਼ਰ ਆਉਂਦੇ ਨੇ ਕਿ ਉਹਨਾਂ ਦੀ ਸਰਵਿਸ ਰਿਵੋਲਵਰ ਤੋਂ ਕਿਸੇ ਨੂੰ ਗੋਲੀ ਨਹੀਂ ਮਾਰੀ। ਦੇਖੋ ਇਹ ਗੱਲਾਂ ਤਾਂ ਪੁਲਿਸ ਵਾਲੇ ਪੰਜਾਬ ਬਣਾਉਂਦੇ ਨੇ। ਮੈਂ ਹੁਣ ਹਿਊਮਨ ਰਾਈਟਸ ਦੇ ਵਿੱਚ ਕੋਈ 30-35 ਸਾਲ ਤੋਂ ਕੰਮ ਕਰ ਰਿਹਾ, ਔਰ ਮੇਰੇ ਕੋਲੇ ਰੋਜ਼ ਇਸ ਤਰ੍ਹਾਂ ਦੇ ਕੇਸਿਸ ਮੈਂ ਡੀਲ ਕੀਤੇ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਵਾਲੇ ਬਿਲਕੁਲ ਉਲਟੀ ਕਹਾਣੀ ਬਣਾ ਕੇ, ਹੁਣ ਜਿਹੜਾ ਕੱਲ੍ਹ ਪਰਸੋਂ ਇੱਥੇ ਮੁਕਾਬਲਾ ਹੋਇਆ ਹੈ, ਤੁਸੀਂ ਇਹ ਦੇਖੋਗੇ ਵੀ ਕਿਸ ਤਰ੍ਹਾਂ ਇਹਦੀਆਂ ਪਰਤਾਂ ਉਗੜਨਗੀਆਂ ਔਰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਇਹ ਝੂਠਾ ਹੈ। ਹੁਣ ਇਹ ਇਨਸਟਿੰਕਟਿਵਲੀ ਸਾਡੇ ਲੋਕਾਂ ਨੂੰ ਜਿਹੜੇ ਹਿਊਮਨ ਰਾਈਟਸ ਕੰਮ ਕਰਦੇ ਹਾਂ, ਅਸੀਂ 500 800 ਕੇਸਿਸ ਡੀਲ ਕੀਤੇ ਹੋਏ, ਸਾਨੂੰ ਪਤਾ ਲੱਗ ਜਾਂਦਾ ਉਸ ਵੇਲੇ ਕਿ ਇਹ ਕਿਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈ। ਤਾਂ ਜਿਹੜਾ ਤਾਂ ਹੈ ਨਾ, ਤੁਸੀਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜੇ 2 ਗੈਂਗਸਟਰ ਮਾਰੇ ਨੇ, ਇਹ ਮੁਕਾਬਲਾ ਵੀ ਤੁਸੀਂ ਝੂਠਾ ਮੰਨ ਰਹੇ ਹੋ? ਮੈਨੂੰ ਬਿਲਕੁਲ ਝੂਠਾ ਲੱਗਦਾ ਹੈ। ਲੇਕਿਨ ਫਾਇਰਿੰਗ ਹੋਈ ਹੈ, ਚੈਨਲਾਂ ਦੇ ਉੱਪਰ ਚੱਲਿਆ, ਅਸੀਂ ਵੀ ਵਿਖਾਇਆ ਕਿ ਉਧਰੋਂ ਫਾਇਰਿੰਗ ਹੋ ਰਹੀ ਹੈ, ਇੱਧਰੋਂ ਪੁਲਿਸ ਮੁਕਾਬਲਾ ਕਰ ਰਹੀ ਹੈ, ਆਮਣੇ ਸਾਹਮਣੇ ਗੋਲੀਆਂ ਚੱਲੀਆਂ ਨੇ। ਪਿੰਡ ਵਾਲਿਆਂ ਨੂੰ ਕਿਹਾ ਜਾ ਰਿਹਾ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਕੇ ਵੀ ਤੁਸੀਂ ਬਾਹਰ ਨਾ ਨਿਕਲੋ, ਤੁਹਾਨੂੰ ਕੋਈ ਨੁਕਸਾਨ ਨਾ ਹੋ ਜਾਏ। ਹਾਂ ਟਰੂ। ਹੁਣ ਗੱਲ ਇਹ ਹੈਗੀ ਕਿ ਜੇ ਉਹ ਆਈਸੋਲੇਟਡ ਘਰ ਸੀ ਜਿਸ ਦੇ ਵਿੱਚ ਕੋਈ ਹੋਰ ਨਹੀਂ ਹੈ, ਤਾਂ ਉਹਨਾਂ ਬੰਦਿਆਂ ਨੂੰ ਮਾਰਨ ਦੀ ਕਿਹੜੀ ਲੋੜ ਸੀ? ਪੁਲਿਸ ਨੂੰ ਸਾਹਮਣੇ ਤੋਂ ਕੋਈ ਗੋਲੀ ਮਾਰਦਾ ਹੈ, AK-47 ਲੈ ਕੇ ਬੈਠਾ ਹੈ, ਔਰ ਉਹ ਤੁਹਾਡੇ ਤੇ ਫਾਇਰ ਕਰ ਰਿਹਾ, ਤੇ ਬਚਾਅ ਦੇ ਵਿੱਚ ਤੇ ਤੁਸੀਂ ਵੀ ਕਾਰਵਾਈ ਕਰੋਗੇ। ਬਚਾਅ ਜ਼ਰੂਰ ਕਾਰਵਾਈ ਕਰੋਗੇ, ਲੇਕਿਨ ਇਹ ਕਾਰਵਾਈ ਦੇ ਤਰੀਕੇ ਹੈਗੇ। ਤਾਂ ਤੁਹਾਨੂੰ ਉਹ ਬੰਦੇ ਚਾਹੀਦੇ ਆ, ਉਹਨਾਂ ਬੰਦਿਆਂ ਦੇ ਉੱਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਵੀ ਇਹਨਾਂ ਨੇ ਮੂਸੇਵਾਲੇ ਨੂੰ ਮਾਰਿਆ, ਤਾਂ ਉਹਨਾਂ ਦਾ ਐਵੀਡੈਂਸ ਆਉਣਾ ਜ਼ਰੂਰੀ ਹੈ। ਸਾਨੂੰ ਵੀ, ਅਸੀਂ ਵੀ ਸਿਟੀਜ਼ਨ ਹਾਂ, ਸਾਡਾ ਵੀ ਹੱਕ ਹੈ ਜਾਣਨ ਦਾ ਕਿ ਅਸਲੀਅਤ ਕੀ ਹੈ।
ਉਸ ਅਸਲੀਅਤ ਨੂੰ ਸਾਹਮਣੇ ਲਿਆਉਣ ਵਾਸਤੇ ਉਹਦਾ ਜਿਉਂਦੇ ਰਹਿਣਾ ਜ਼ਰੂਰੀ ਹੈ। ਤੇ ਉਹਨਾਂ ਨੂੰ ਕੋਈ ਪੁਲਿਸ ਵਾਲਾ, ਸੈਂਸੀਬਲ ਪੁਲਿਸ ਵਾਲਾ ਨਹੀਂ ਮਾਰੇਗਾ ਜੇ ਉਹ ਅਸਲੀ ਕਾਤਲ ਹਨਗੇ। ਤੇ ਜੇ ਤੁਸੀਂ ਹੁਣ ਦੂਸਰੀ ਗੱਲ ਇਹ ਕਿ ਜੇ ਉਹ ਇੱਕ ਜਗ੍ਹਾ ਦੇ ਉੱਤੇ ਬੈਠੇ ਹੋਏ ਆ, ਉਹਨਾਂ ਕੋਲੇ ਕਿੰਨਾ ਕੁ ਐਮੂਨੇਸ਼ਨ ਹੋਏਗਾ ਭਲਾ? 10, 20, 50 ਬੰਦਾ ਕਿੰਨੀਆਂ ਕੁ ਗੋਲੀਆਂ ਨਾਲ ਲੈ ਕੇ ਚੱਲ ਸਕਦਾ? ਉਹਨਾਂ ਨੇ ਅਖੀਰ ਦੇ ਉੱਤੇ ਐਗਜ਼ੌਸਟ ਹੋ ਜਾਣੀਆਂ ਸਨ ਤੇ ਫਿਰ ਉਹ ਫੜੇ ਜਾਣੇ ਸਨ। ਇਹ ਇਹਨਾਂ ਨੂੰ ਕਰਨਾ ਚਾਹੀਦਾ ਸੀ ਜੇ ਪੁਲਿਸ ਵਾਲੇ ਕਰਦੇ। ਸੋ ਉਹ ਆਪਾਂ ਤਾਂ ਖੈਰ ਇਹ ਤਾਂ ਇਹ ਕਿਆ ਸਰਾਈਆਂ ਹੈ ਨਾ, ਦਿਸ ਇਜ਼ ਮਾਈ ਇਨਸਟਿੰਕਟ ਵਿਚ ਆਈ ਮੇਨ ਮੁੱਦੇ ਨੂੰ ਫੋਕਸ ਕਰ ਲੈਣਾ ਕਿ ਮੇਨ ਜਿਹੜਾ ਮੁੱਦਾ ਹੈ ਕਿ ਕਿਆ ਸਿਮਰਨਜੀਤ ਸਿੰਘ ਮਾਨ ਨੇ ਨਿਹੰਗ ਆਪਣੀ ਗੋਲੀ ਨਾਲ ਮਾਰੇ ਜਾਂ ਫਿਰ ਨਹੀਂ, ਕਿਉਂਕਿ ਉਹ ਡਿਨਾਈ ਕਰ ਰਹੇ ਕਿ ਉਹਨਾਂ ਨੇ ਕੋਈ ਗੋਲੀ ਨਹੀਂ ਮਾਰੀ। ਹਾਂ, ਇਹ ਡਿਨਾਈ ਇਹ ਤਾਂ ਇਹ ਵੀ ਕਰ ਰਹੇ ਆ ਕਿ ਜੀ ਸਾਹਮਣੇ ਗੋਲੀਆਂ ਆ ਰਹੀਆਂ ਸਨ ਤੇ ਸਾਨੂੰ ਮੈਜਿਸਟ੍ਰੇਟ ਨੇ ਕਿਹਾ ਗੋਲੀ ਚਲਾਓ। ਗੋਲੀ ਸਾਹਮਣੇ ਬਿਲਕੁਲ ਨਹੀਂ ਸੀ ਆ ਰਹੀ। ਇਹ ਜਿਸ ਦਿਨ ਗੋਲੀਆਂ ਕਹਿੰਦਾ ਸਾਡੇ 2 ਬੰਦੇ ਮਰ ਗਏ, ਉਹ ਜਿਹੜੇ ਬੰਦੇ ਮਰੇ ਨੇ ਉਹ ਪਹਿਲੇ ਦਿਨ ਮਰੇ ਸੀ। ਉਸ ਦਿਨ ਨਹੀਂ ਮਰੇ ਜਿਸ ਦਿਨ ਇਹਨਾਂ ਨੇ ਨਿਹੰਗ ਮਾਰੇ ਨੇ। ਉਸ ਦਿਨ ਕੋਈ ਗੋਲੀ ਨਹੀਂ ਚੱਲੀ ਨਿਗਾਹ ਵੱਲੋਂ ਸਾਹਮਣੇ, ਕਿਉਂਕਿ ਨਿਹੰਗ ਗੁਰਦੁਆਰੇ ਦੇ ਗੁੰਬਜ ਦੇ ਵਿੱਚ ਬੈਠੇ ਸਨ। ਉੱਥੋਂ ਗੋਲੀ, ਸਾਰਾ ਗੁੰਬਜ ਚਾਰੋਂ ਪਾਸੇ ਬੰਦ ਹੁੰਦਾ, ਉੱਥੋਂ ਗੋਲੀ ਚਲਾਉਣ ਦੀ ਕੋਈ ਸੰਭਾਵਨਾ ਹੀ ਨਹੀਂ। ਕਿਹੜੇ ਪਾਸੇ ਨੂੰ ਗੋਲੀ ਮਾਰਨਗੇ? ਤਾਂ ਗੁੰਬਜ ਦੇ ਵਿੱਚ ਵੱਜੂਗੀ ਦੂਸਰੇ ਪਾਸੇ। ਸੋ ਇਹ ਕਹਾਣੀ ਜਿਹੜੀ ਹੈਗੀ ਇਹ ਬਣਾ ਰਹੇ ਨਾ, ਯਾਦਾਸ਼ਤ ਇਹਨਾਂ ਦੀ ਸ਼ਾਇਦ ਹੁਣ ਕੁਝ ਕਮਜ਼ੋਰ ਹੋਵੇ, ਜਾਂ ਇਹ ਆਪਣਾ ਪਾਰਟ ਜਿਹੜਾ ਹੈ ਨੈਚੁਰਲੀ ਕਹਿੰਦੇ ਹੋਣਗੇ ਵੀ ਨਹੀਂ ਦੱਸਣਾ ਜਾਂ ਲੁਕਾ ਕੇ ਰੱਖਣਾ, ਉਹ ਉਹਨਾਂ ਦੀ ਮਰਜ਼ੀ ਹੈ। ਲੇਕਿਨ ਗੱਲ ਇਹ ਹੈਗੀ ਕਿ ਸਾਹਮਣੇ ਗੋਲੀ ਕੋਈ ਨਹੀਂ ਸੀ ਚੱਲ ਰਹੀ। ਇਹਨਾਂ ਨੇ ਉਹਨਾਂ ਨੂੰ ਸਰੈਂਡਰ ਕਰਵਾਇਆ। ਜਿੰਨੀਆਂ ਗੋਲੀਆਂ ਚੱਲੀਆਂ ਨੇ ਪੁਲਿਸ ਵਾਲੇ ਦੀਆਂ ਚੱਲੀਆਂ ਨੇ, ਇਹਨਾਂ ਨੇ ਸਰੈਂਡਰ ਕਰਵਾਇਆ। ਸਰੈਂਡਰ ਕਰਵਾਉਣ ਤੋਂ ਬਾਅਦ ਚਸ਼ਮਦੀਦ ਗਵਾਹ ਮੈਜਿਸਟ੍ਰੇਟ ਸੀ, ਡਿਸਟ੍ਰਿਕਟ ਮੈਜਿਸਟ੍ਰੇਟ ਗੁਰਬਖਸ਼ ਸਿੰਘ ਗੋਸਲ, ਉਸਨੇ ਖੁਦ ਮੈਨੂੰ ਇਹ ਗੱਲ ਦੱਸੀ ਹੈ ਕਿ ਜੀ ਮੇਰੇ ਸਾਹਮਣੇ ਇਸਨੇ 2 ਬੰਦਿਆਂ ਨੂੰ ਗੋਲੀਆਂ ਮਾਰੀਆਂ। ਫਿਰ ਮੈਂ ਉਹਨਾਂ ਨੇ ਤੁਹਾਨੂੰ ਫਿਜ਼ੀਕਲੀ ਹੋ ਕੇ ਦੱਸੀ ਜਾਂ ਕੋਈ ਰਿਪੋਰਟ ਭੇਜੀ? ਫਿਜ਼ੀਕਲੀ ਕੋਈ ਰਿਪੋਰਟ ਨਹੀਂ ਆਈ ਇਸ ਮਾਮਲੇ 'ਚ? ਨਹੀਂ, ਰਿਪੋਰਟ ਕੋਈ ਸਬੂਤ ਨਹੀਂ। ਰਿਪੋਰਟ ਮੈਂ ਦੇਖੋ, ਇਹ ਮੈਂ ਫਾਈਲਾਂ ਦੇ ਡੀਲ ਨਹੀਂ ਸੀ ਕਰ ਰਿਹਾ ਉਸ ਵੇਲੇ ਜਿਸ ਵੇਲੇ ਇਹ ਚੱਲ ਰਹੀ ਸੀ ਗੱਲ। ਜ਼ਰੂਰ ਹੋਏਗਾ ਰਿਟਨ ਦੇ ਵਿੱਚ ਕੁਛ ਨਾ ਕੁਛ ਹੋਏਗਾ, ਲੇਕਿਨ ਰਿਟਨ ਦੇ ਵਿੱਚ ਉਹੀ ਹੋਏਗਾ ਜਿਹੜਾ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਨੂੰ ਦੱਸਿਆ ਜਾਵੇ। ਉਹ ਤਾਂ ਪੋਸਟਮਾਰਟਮ ਹੁੰਦਾ ਹੈ, ਪੋਸਟਮਾਰਟਮ ਦੇ ਵਿੱਚ ਇਹ ਵੀ ਪਤਾ ਲੱਗ ਜਾਂਦਾ ਹੈ ਸਰੀਰ 'ਚ ਗੋਲੀ ਜਿਹੜੀ ਹੈ ਉਹ ਕਿਸ ਰਾਈਫਲ ਤੋਂ ਚੱਲੀ ਹੋਈ ਹੈ, ਕਿਉਂਕਿ ਪੁਲਿਸ ਕੋਲ ਜਿਹੜੀ ਗੋਲੀਆਂ ਹੁੰਦੀਆਂ ਨੇ ਇੱਕ ਗੋਲੀ ਰਜਿਸਟਰਡ ਹੁੰਦੀ ਹੈ ਵੀ ਆਹ ਗੋਲੀ ਇਸ ਬੰਦੇ ਨੂੰ ਦਿੱਤੀ। ਬਿਲਕੁਲ ਠੀਕ ਹੈ। ਹੁਣ ਹੁੰਦਾ ਇਹ ਹੈ, ਕਾਨੂੰਨ ਦੇ ਅਨੁਸਾਰ ਇਹ ਹੁੰਦਾ ਹੈ ਕਿ ਮੈਜਿਸਟ੍ਰੇਟ ਆਰਡਰ ਕਰਦਾ ਹੈ ਕਿ 2 ਗੋਲੀਆਂ ਤੁਸੀਂ ਫਾਇਰ ਕਰ ਸਕਦੇ ਹੋ। ਇਸ ਤਰ੍ਹਾਂ ਦੇ ਆਰਡਰਸ ਇੱਥੇ ਬਹਿਬਲ ਕਲਾਂ ਦੇ ਵਿੱਚ ਹੋਏ ਨੇ। ਉਹ ਤਾਂ ਕਹੀ ਜਾਂਦੇ ਆ ਕਿ ਕਿਸੇ ਅਣਪਛਾਤੀ ਗੋਲੀ ਨਾਲ ਇਹ ਮਰ ਗਏ, ਕਿਸੇ ਪਤਾ ਨਹੀਂ ਕਿਸ ਨੇ ਮਾਰੀ ਹੈ। ਜਸਪਾਲ ਸਿੰਘ ਜਿਹੜਾ ਹੈਗਾ ਚੌੜ ਸਿੱਧਵਾਂ ਵਾਲਾ, ਇਹ ਕੇਸ ਵੀ ਮੈਂ ਸਟੱਡੀ ਕੀਤਾ। ਉਸ ਦੇ ਵਿੱਚ ਵੀ ਉਹ ਕਹਿ ਰਹੇ ਆ ਕਿ ਪਤਾ ਨਹੀਂ ਕਿੱਥੋਂ ਗੋਲੀ ਆਈ, ਕਿਸ ਨੇ ਮਾਰੀ। ਉਹ ਮੁੰਡਾ 18 ਸਾਲ ਦਾ ਮਾਰ ਕੇ ਤੇ ਇਹਨਾਂ ਨੇ ਖਪਾਤਾ। ਸੋ ਇਹ ਕਹਾਣੀਆਂ ਪੁਲਿਸ ਵਾਲੇ ਬਣਾਉਂਦੇ ਨੇ ਤੇ ਬਣਾਉਂਦੇ ਰਹਿੰਦੇ ਨੇ। ਇਹ ਜਿਸ ਵੇਲੇ ਦੀ ਇਹ ਕਹਾਣੀ ਬਣਾ ਰਹੇ ਨੇ, ਇਹ ਵੀ ਉਸ ਵੇਲੇ ਪੁਲਿਸ ਵਾਲੇ ਹੀ ਸੀ ਤੇ ਕਿਸ ਤਰ੍ਹਾਂ ਦੀ ਬਣਾਈ ਸੀ ਇਹਨਾਂ ਨੇ ਇਸ ਦੇ ਬਾਰੇ ਮੈਂ ਕੁਝ ਨਹੀਂ ਕਹਿੰਦਾ। ਲੇਕਿਨ ਜੋ ਮੈਨੂੰ ਯਕੀਨ ਹੈ, ਔਰ ਉੱਥੇ ਜਿਹੜੇ ਦੇਖੋ ਆਸੇ-ਪਾਸੇ ਕੋਈ 1000 ਲੋਕ ਆਸੇ-ਪਾਸੇ ਦੇ ਪਿੰਡਾਂ ਦੇ ਉੱਥੇ ਆ ਗਏ ਸਨ ਉਸ ਵੇਲੇ। ਇਸ ਵੇਲੇ ਵੀ ਉੱਥੇ 100, 200, 400 ਬੰਦੇ ਉਹ ਹੋਣਗੇ ਜਿਨ੍ਹਾਂ ਨੇ ਇਹ ਅੱਖਾਂ ਨਾਲ ਦੇਖਿਆ ਆਪਣਾ ਸਾਰਾ। ਜਾ ਕੇ ਲੋਕ ਇਨਵੈਸਟੀਗੇਟ ਕਰ ਸਕਦੇ ਆ। ਹੁਣ ਜੇ 4 ਨਿਹੰਗ ਮਾਰੇ ਹੈ ਤਾਂ 5-7 ਦਾ ਜਥਾ ਸੀਗਾ, ਕਮ ਸੇ ਕਮ 2-3 ਤਾਂ ਉਹਨਾਂ ਦੇ ਵਿੱਚੋਂ ਜਿਉਂਦੇ ਹੋਣਗੇ। ਤੇ ਉਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਪਰਿਵਾਰ ਸੀ ਜਿਨ੍ਹਾਂ ਨੂੰ ਉੱਥੇ ਬੁਲਾਇਆ ਗਿਆ ਸੀਗਾ, ਉਹ ਵੀ ਉੱਥੇ ਪਿੰਡਾਂ ਦੇ ਵਿੱਚ ਰਹਿੰਦੇ ਹੋਣਗੇ। ਜਾ ਕੇ ਕੋਈ ਇਨਵੈਸਟੀਗੇਟ ਕਰ ਲਵੇ, ਸਾਰੀ ਗੱਲ ਸਾਹਮਣੇ ਆ ਜਾਏਗੀ। ਮੈਨੂੰ ਯਕੀਨ ਹੈ ਕਿ ਉਹਨਾਂ ਵੱਲੋਂ ਕੋਈ ਗੋਲੀ ਨਹੀਂ ਚੱਲੀ, ਕਿਉਂਕਿ ਉਹ ਗੁੰਬਜ ਦੇ ਵਿੱਚ ਸੀ। ਗੁੰਬਜ ਦੀ ਤਰਫੋਂ ਵੀ ਕਿਤਾਬ ਲਿਖੀ ਗਈ ਸੀ। ਹਾਂ, ਮੈਨੂੰ ਪਤਾ ਲੱਗਿਆ। ਮੈਂ ਜਗਤਾਰ ਹੋਰਾਂ ਨੂੰ ਟੈਲੀਫੋਨ ਕਰਕੇ ਪੁੱਛਿਆ ਸੀ, ਕਿਉਂਕਿ ਚੰਮ ਉਸ ਵੇਲੇ ਇੰਟਰਸਟ ਲੈ ਰਹੇ ਸੀਗੇ ਤੇ ਮੈਨੂੰ ਖਿਆਲ ਸੀ ਕਿ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਇਹਦੇ ਬਾਰੇ ਰਿਪੋਰਟ ਵੀ ਛਾਪੀ ਹੈ। ਤਾਂ ਇਸ ਕਰਕੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਜਗਤਾਰ ਹੋਰਾਂ ਨੂੰ। ਉਹ ਕਹਿੰਦੇ ਕਿ ਹਾਂ ਉਹ ਕਿਤਾਬ ਲਿਖੀ ਹੋਈ ਹੈ ਤੇ ਉਹਨਾਂ ਨੇ ਉਹੀ ਕੁਝ ਲਿਖਿਆ ਜੋ ਤੁਸੀਂ ਕਿਹਾ। ਮੈਂ ਕਿਹਾ ਜੀ ਉਹ ਕਿਤਾਬ ਕਿੱਥੋਂ ਮਿਲ ਸਕਦੀ ਹੈ? ਉਹ ਕਹਿੰਦੇ ਵੀ ਪਤਾ ਕਰ ਲਓ, ਮੈਨੂੰ ਖਿਆਲ ਨਹੀਂ। ਮੈਂ ਕਿਹਾ ਮੈਨੂੰ ਦੱਸ ਦਿਓ ਕੀ ਉਹਦਾ ਹੈ। ਆਪਣੇ ਲੈਵਲ ਤੇ ਤੁਸੀਂ ਜਿਸ ਢੰਗ ਦੇ ਨਾਲ ਹਿਊਮਨ ਰਾਈਟਸ ਦੇ ਕੇਸ ਸਟੱਡੀ ਕਰਦੇ ਹੋ, ਕਿਆ ਇਸ ਕੇਸ ਨੂੰ ਹੁਣ ਸਟੱਡੀ ਕਰਨ ਦੀ ਤਿਆਰੀ ਹੈ ਕਿ ਅਸਲੀਅਤ ਸਾਹਮਣੇ ਆਏ ਕਿ ਅਸਲ ਸੱਚ ਕੀ ਸੀ? ਨਹੀਂ, ਮੈਨੂੰ ਤਾਂ ਅਸਲ ਸੱਚ ਪਤਾ ਹੈ।
ਕਿਉਂਕਿ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ। ਮੈਂ ਤਾਂ ਜੀ ਉਹ 2011 ਤੋਂ ਲਿਖਤਾ ਹੈ। ਮੈਂ ਜਿਹੜਾ ਐਵੀਡੈਂਸ ਆਇਆ ਮੇਰੇ ਕੋਲੇ, ਦੇਖੋ ਇਹ ਸਾਡਾ ਫਰਜ਼ ਹੁੰਦਾ ਹੈ ਹਿਊਮਨ ਰਾਈਟਸ ਵਾਲੇ ਦਾ ਕਿ ਜੋ ਐਵੀਡੈਂਸ ਤੁਹਾਡੇ ਕੋਲੇ ਹੈ ਉਹ ਦੱਸ ਦਿਓ। ਜੇ ਉਸ ਨੂੰ ਕੋਈ ਝੁਠਲਾ ਸਕਦਾ ਹੈ ਤਾਂ ਉਹ ਹੀ ਇਜ਼ ਵੈਲਕਮ ਟੂ ਡੂ ਇਟ। ਕਿਉਂ, ਅਸੀਂ ਕੋਈ ਅਥਾਰਟੀ ਥੋੜਾ, ਅਸੀਂ ਲੋਕਾਂ ਨੇ ਤਾਂ ਉਹ ਗੱਲ ਕਹਿਣੀ ਆ ਜਿਹੜੀ ਸਾਨੂੰ ਸੱਚੀ ਜਾਪਦੀ ਹੈ। ਔਰ ਸਾਡੀ ਕ੍ਰੈਡੀਬਿਲਿਟੀ, ਸਾਰਾ ਸਾਡਾ ਦਾਰੋਮਦਾਰ ਹੀ ਇਸ ਗੱਲ ਦੇ ਉੱਤੇ ਹੈ ਕਿ ਸਾਡੀ ਗੱਲ ਝੂਠੀ ਨਾ ਸਾਬਤ ਹੋਵੇ। ਸਿੰਘ ਸਾਹਿਬ, ਲੇਕਿਨ ਅੱਜ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ, ਜਿਸ ਲੇਡੀ ਨੇ ਦਿੱਲੀ ਦੇ ਵਿੱਚ ਮਾਨ ਸਾਹਿਬ ਦੇ ਖਿਲਾਫ ਸ਼ਿਕਾਇਤ ਕਰਾਈ ਸੀ ਭਗਤ ਸਿੰਘ ਦੇ ਬਿਆਨ ਨੂੰ ਲੈ ਕੇ, ਕਿਹਾ ਜਾ ਰਿਹਾ ਕਿ ਉਸ ਦੇ ਖਿਲਾਫ ਵੀ ਸ਼ਿਕਾਇਤ ਮਾਨ ਸਾਹਿਬ ਦੀ ਤਰਫੋਂ ਕੀਤੀ ਗਈ ਹੈ ਕਿ ਇਸਨੇ ਮੇਰੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸਨੇ ਮੇਰੇ ਬਿਆਨ ਨੂੰ ਦੂਜੀ ਤਰ੍ਹਾਂ ਇੰਟਰਪ੍ਰੇਟ ਕੀਤਾ ਹੈ। ਕਿਆ ਤੁਸੀਂ ਹੁਣ ਬੋਲ ਰਹੇ ਹੋ, ਕਿਆ ਤੁਸੀਂ ਵੀ ਤਿਆਰ ਹੋ ਜੇਕਰ ਤੁਹਾਡੇ ਖਿਲਾਫ ਇਸ ਤਰ੍ਹਾਂ ਦੀ ਕੋਈ ਕਾਰਵਾਈ ਮਾਨ ਸਾਹਿਬ ਲੈਂਦੇ ਨੇ? ਦੇਖੋ, ਮਾਨ ਸਾਹਿਬ ਦਾ ਕੁਝ ਨਹੀਂ ਪਤਾ ਇਹ ਕਿਸੇ ਦੇ ਬਰਖਲਾਫ ਕੀ ਕਹਿੰਦੇ ਨੇ। ਜਿਹੜਾ ਕੁਝ ਮੈਂ ਕੀਤਾ ਹੈਗਾ, ਲਿਖਿਆ ਹੈਗਾ, 11 ਸਾਲ ਪਹਿਲਾਂ ਲਿਖਿਆ ਹੈ, ਇਸ ਨੂੰ ਭੇਜਿਆ, ਇਸ ਨੇ ਉਸ ਦੇ, ਔਰ 11 ਸਾਲ ਤੋਂ ਉਹ ਬਲੌਗ ਦੇ ਉੱਤੇ ਪਿਆ ਹੈ, ਲੋਕ ਉਸ ਨੂੰ ਯੂਜ਼ ਕਰ ਰਹੇ ਹੈ। ਕਿਸੇ ਨੇ ਕਦੇ ਓਬਜੈਕਟ ਨਹੀਂ ਕੀਤਾ, ਕਦੇ ਇਸ ਨੇ ਓਬਜੈਕਟ ਨਹੀਂ ਕੀਤਾ। ਤੇ ਜੇ ਇਸ ਨੂੰ ਉਹਦੇ ਵਿੱਚ ਜੇ ਇਹ ਕੀ ਕਹਿ ਸਕਦਾ ਹੈ, ਇਸ ਦੇ ਬਾਰੇ ਮੈਂ ਕੁਝ ਨਹੀਂ ਜਾਣਦਾ। ਕਿਉਂਕਿ ਇੱਕ ਵਾਰੀ ਇਸ ਨੇ ਆਪਣੀ ਜਿਹੜੀ ਇਹਨਾਂ ਦੀ ਵੈਬਸਾਈਟ ਹੈਗੀ ਉਸ ਦੇ ਉੱਤੇ ਇਹ ਵੀ ਲਿਖਿਆ ਸੀਗਾ ਕਿ ਗੁਰਤੇਜ ਸਿੰਘ ਦਸਮ ਗ੍ਰੰਥ ਦੇ ਬਰਖਲਾਫ ਹੈ ਤੇ ਇਸ ਨੂੰ ਪੱਥਰ ਮਾਰ ਕੇ ਮਾਰ ਦਿਓ ਤੇ ਇਸ ਦਾ ਸੋਸ਼ਲ ਬਾਈਕਾਟ ਕਰੋ। ਇਹ ਵੀ ਮੈਂ ਇਸ ਦੇ ਬਲੌਗ, ਇਸ ਦੀ ਪਾਰਟੀ ਦੀ ਵੈਬਸਾਈਟ ਦੇ ਉੱਤੇ ਪੜ੍ਹਿਆ ਤੇ ਉਸ ਦੀ ਫਿਰ ਮੈਂ ਸਕਰੀਨਸ਼ਾਟ ਲਈ ਹੈ। ਸੋ ਇਹ ਕੀ ਕਰ ਸਕਦੇ, ਇਹ ਤਾਂ ਇਹੀ ਜਾਣਨ ਤੇ ਜੋ ਵੀ ਕਰਦੇ ਕਰੀ ਜਾਣ। ਲੇਕਿਨ ਮੇਰੇ ਕੋਲੇ ਜਿਹੜਾ ਐਵੀਡੈਂਸ ਹੈਗਾ ਮੈਂ ਰਿਵੀਲ ਕਰਦਾ, ਜਿਹੜਾ ਕੁਝ ਉਸ ਵੇਲੇ ਹੋਇਆ ਸੀਗਾ ਔਰ ਉਹ ਸਾਰੇ ਲੋਕਾਂ ਨੇ ਉੱਥੇ ਤਸਦੀਕ ਕੀਤਾ ਸੀਗਾ, ਉਹ ਉਸ ਵੇਲੇ ਦੀ ਗੱਲ। ਫਿਰ ਇਹਨਾਂ ਦੀ ਜਿਹੜੀ ਇੱਕ ਪੈਗਾਮ ਗਰੁੱਪ ਹੈ, ਇਹਨਾਂ ਦੀ ਇੱਕ ਰਿਪੋਰਟ ਵੀ ਛਪੀ ਸੀ। ਇਹ ਮਾਲੀ ਸਾਹਿਬ ਪਤਾ ਨਹੀਂ ਕਿਉਂ ਨਹੀਂ ਇਸ ਨੂੰ ਪਬਲਿਕ ਕਰ ਰਹੇ, ਉਸ ਨੂੰ ਪਬਲਿਕ ਕਰਨਾ ਚਾਹੀਦਾ ਹੈ। ਉਸ ਰਿਪੋਰਟ ਦੇ 2 ਪਾਰਟ ਦੇ ਵਿੱਚ ਛਾਪੀ ਸੀ। ਇੱਕ ਪਾਰਟ ਮੇਰੇ ਕੋਲੇ ਹੈ, ਮੇਰੇ ਪੇਪਰਸ ਦੇ ਵਿੱਚ ਕਿਤੇ ਨਾ ਕਿਤੇ ਪਿਆ ਹੋਇਆ। ਦੂਸਰਾ ਪਾਰਟ ਮੈਨੂੰ ਨਹੀਂ ਮਿਲ ਸਕਿਆ ਤੇ ਮੈਂ ਇਹਨਾਂ ਨੂੰ ਕਈ ਵਾਰੀ ਕੋਸ਼ਿਸ਼ ਕੀਤੀ ਹੈ ਪਰ ਮੈਨੂੰ ਹੱਥ ਨਹੀਂ ਲੱਗ ਸਕਿਆ। ਤੇ ਇਹਨਾਂ ਨੇ ਵੀ ਰਿਪੋਰਟ ਕੀਤੀ ਹੈ। ਫਿਰ ਚੰਮ ਦਾ ਤੁਸੀਂ ਐਵੀਡੈਂਸ ਦੇ ਚੁੱਕੇ ਹੋ, ਉਹਦੇ ਹੁਣ ਚੰਮ ਸਾਹਿਬ ਤਾਂ ਮੇਰੀ ਗੱਲ 'ਚ ਹੈ ਨਹੀਂ ਇਸ ਸੰਸਾਰ ਦੇ ਉੱਤੇ, ਤੇ ਉਹਨਾਂ ਨੇ ਕਾਹਦੇ ਵਾਸਤੇ ਝੂਠ ਬੋਲਣਾ ਸੀਗਾ ਤੇ ਕਾਹਦੇ ਵਾਸਤੇ? ਯਾਨੀ ਮਸਲਾ ਵੱਡਾ ਹੈਗਾ। ਔਰ ਜਿਹੜੀ ਗੱਲਾਂ ਇੱਥੇ ਸਿੰਘ ਸਾਹਿਬ ਕਹਿੰਦੇ ਨਜ਼ਰ ਆ ਰਹੇ ਨੇ, ਉਹ ਕਹਿ ਰਹੇ ਨੇ ਕਿ ਮੇਰੇ ਕੋਲ ਆ ਤੱਥ ਪਹੁੰਚੇ ਸੀ, ਇਸ ਕਰਕੇ ਮੈਂ ਇਹਨਾਂ ਨੂੰ ਰਿਵੀਲ ਕਰ ਰਿਹਾ। ਜੇਕਰ ਕਿਸੇ ਨੂੰ ਇਨ ਤੱਥਾਂ ਦੇ ਉੱਪਰ ਐਤਰਾਜ਼ ਹੈ ਤੇ ਆਪਣਾ ਸਪਸ਼ਟੀਕਰਨ ਖੁਦ ਦਿੰਦਾ ਹੋਇਆ ਉਹ ਨਜ਼ਰ ਆਏ। ਕੈਮਰਾਮੈਨ ਅਨਿਲ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। मियां मुराद अली जी खुदा दे घर देर है अंधेर नहीं, हर समस्या का समाधान। समस्या जिमें लव मैरिज, वशीकरण, किता कराया, लॉटरी नंबर होवे या लोटो मैक्स 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98 417 18786, 97 797 24075।